आखण जोर चुपै नह जोर, जोर न मंगण देण न जोर। जोर न जीवन मरण नह जोर, जोर न राज माल मन शोर। जोर न सुरती ज्ञान विचार, जोर न जुगती छुटै संसार। जिस हाथ जोर कर वेखै सोए, नानक उत्तम नीच ना कोय। जिस हाथ जोर कर वेखै सोए, नानक उत्तम नीच ना कोय। जुगो जुग अटल। धन श्री गुरु ग्रंथ साहिब जी महाराज सच्चे पातशाह। आओ जी उन्हां दा पावन ध्यान धरिए ਅਤੇ ਦਸ਼ਮੇਸ਼ ਪਾਤਸ਼ਾਹ श्री गुरु गोबिंद सिंह जी महाराज ਵੱਲੋਂ पावन ਅਸੀਸ ਬਖਸ਼ੀਸ਼ गुरु फतेह ਦੇ ਨਾਲ ਰਲ ਮਿਲ ਕੇ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਅੱਜ ਸਾਡੇ ਕੋਲ 33 ਨੰਬਰ ਪੌੜੀ ਮੌਜੂਦ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਇਨਸਾਨ ਦੀ ਤਾਕਤ ਅਤੇ ਰੱਬ ਦੀ ਤਾਕਤ ਦਾ ਜ਼ਿਕਰ ਕੀਤਾ ਹੈ। ਜੇ ਸਹੀ ਮਾਇਨੇ 'ਚ ਵੇਖਿਆ ਜਾਵੇ ਤਾਂ ਸਿਆਣੇ ਗੱਲ ਕਹਿੰਦੇ ਨੇ ਕਿ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਤੇ ਪਰਮਾਤਮਾ ਦੇ ਹੁਕਮ ਤੋਂ ਬਗੈਰ ਪੱਤਾ ਵੀ ਨਹੀਂ ਹਿਲਦਾ ਹੈ। ਇਹ ਬਿਲਕੁਲ ਸੱਚ ਹੈ। ਪਰਮਾਤਮਾ ਦੇ ਨਿਯਮ ਤੋਂ ਬਗੈਰ ਆਪਾਂ ਕਿਸੇ ਜੋਗੇ ਵੀ ਨਹੀਂ ਹੈ ਤੇ ਨਿਯਮ ਪਰਮਾਤਮਾ ਨੇ ਤਿਆਰ ਕੀਤੇ ਨੇ। ਕੁਦਰਤ ਰੱਬ ਨਹੀਂ ਹੈ, ਕੁਦਰਤ ਨੂੰ ਰੱਬ ਨੇ ਤਿਆਰ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਮੂਲ ਮੰਤਰ ਵਿੱਚ ਕਹੀ ਹੈ ਕਿ ਕਰਤਾ ਪੁਰਖ ਹੈ, ਉਹ ਪੁਰਖ ਭਾਵ ਜਿਹੜਾ ਰਮਿਆ ਹੋਇਆ ਹੈ, ਕਰਤਾ ਜਿਹਨੇ ਕ੍ਰੀਏਟ ਕੀਤਾ ਹੈ, ਕਿਹਨੂੰ? ਯੂਨੀਵਰਸਲ, ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਤੇ ਕਿਸੇ ਚੀਜ਼ ਨੂੰ ਕ੍ਰੀਏਟ ਕਰਨ ਲਈ, ਬਣਾਉਣ ਲਈ ਇੱਕ ਉਦਮ ਦੀ ਅਤੇ ਇੱਕ ਤਾਕਤ ਦੀ ਜ਼ਰੂਰਤ ਹੁੰਦੀ ਹੈ। ਜੇ ਇਨਸਾਨ ਦੇ ਕੋਲ ਉਦਮ ਨਹੀਂ ਹੈ ਅਤੇ ਤਾਕਤ ਨਹੀਂ ਹੈ ਤਾਂ ਇਨਸਾਨ ਕਦੇ ਵੀ ਜ਼ਿੰਦਗੀ ਦੇ ਵਿੱਚ ਅਗਾਂਹ ਨਹੀਂ ਵੱਧ ਸਕਦਾ। ਦੁਨੀਆ ਦੇ ਵਿੱਚ ਬਹੁਤਾਂਤ ਉਦਯੋਗਪਤੀ ਜੇ ਗਾਂਹ ਵਧੇ ਨੇ ਤਾਂ ਉਹਨਾਂ ਦੇ ਲਈ ਉਹਨਾਂ ਦੇ ਕੋਲ ਤਾਕਤ ਅਤੇ ਉਦਮ ਬਹੁਤ ਜ਼ਰੂਰੀ ਸੀ। ਤਾਕਤ ਵੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਪਰ ਸਭ ਤੋਂ ਜ਼ਰੂਰੀ ਹੈ ਇਨਸਾਨ ਦੇ ਅੰਦਰ ਦੀ ਤਾਕਤ ਹੋਣਾ। ਜੇ ਬੰਦਾ ਆਪਣੇ ਅੰਦਰੋਂ ਤਾਕਤਵਰ ਨਹੀਂ ਹੈ, ਆਪਣੇ ਅੰਦਰੋਂ ਸਟਰੋਂਗ ਨਹੀਂ ਹੈ ਤਾਂ ਇਨਸਾਨ ਦੁਨੀਆ ਦੇ ਵਿੱਚ ਕਿਤੇ ਵੀ ਚਲਾ ਜਾਏ ਕਦੇ ਕਾਮਯਾਬ ਨਹੀਂ ਹੋ ਸਕਦਾ। ਕਿਉਂਕਿ ਕਾਮਯਾਬੀ ਹਮੇਸ਼ਾ ਉਸ ਬੰਦੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜਾ ਬੰਦਾ ਅੰਦਰੋਂ ਸਟਰੋਂਗ ਹੈ, ਅੰਦਰੋਂ ਪਾਵਰਫੁੱਲ ਹੈ, ਅੰਦਰੋਂ ਤਾਕਤਵਰ ਹੈ। ਤਾਂ ਹੀ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਬਾਰ-ਬਾਰ ਇਹ ਗੱਲ ਆਖੀ ਗਈ ਹੈ ਕਿ ਮਨ ਨੂੰ ਸਿੱਧੇ ਪਾਸੇ ਲਾਓ, ਚੰਗੇ ਪਾਸੇ ਲਾਓ। ਔਰ ਗੁਰਬਾਣੀ ਨੇ ਬੜੀ ਪਿਆਰੀ ਇਹ ਗੱਲ ਕਹੀ ਕਿ ਅਗਾਂਹ ਕੂ ਤਰਾਂਗ ਪਿਛਾ ਫਿਰਨਾ ਮੋਢੜਾ, ਨਾਨਕ ਸਿੱਝ ਵੇਹਾ ਵਾਰ ਬਹੁ ਨਾ ਹੋਵੀ ਜਨਮੜਾ। ਕਿ ਅਗਾਂਹ ਚੱਲ, ਪਿਛਾਂਹ ਮੁੜਨ ਦੀ ਕੋਸ਼ਿਸ਼ ਨਾ ਕਰੀ। ਭਾਵ ਕਿ ਇਨਸਾਨ ਨੂੰ ਅਗਾਂਹ ਤੋਰਨ ਦੇ ਲਈ ਸਤਿਗੁਰੂ ਵੀ ਪੁਸ਼ ਕਰਦੇ ਨੇ ਆਪਣੀ ਪਾਵਨ ਬਾਣੀ ਦੇ ਵਿੱਚ। ਜਿੱਥੇ ਇਨਸਾਨ ਦਾ ਉਦਮੀ ਹੋਣਾ ਤੇ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ, ਉੱਥੇ ਨਾਲ ਦੀ ਨਾਲ ਇਹ ਵੀ ਗੱਲ ਸਮਝਿਓ ਕਿ ਅੰਦਰ ਦੀ ਤਾਕਤ ਜਦੋਂ ਬਾਹਰੀ ਤਾਕਤ ਦਾ ਰੂਪ ਧਾਰਨ ਕਰਦੀ ਹੈ ਤਾਂ ਕਈ ਵਾਰ ਇਨਸਾਨ ਜ਼ੁਲਮੀ ਵੀ ਬਣ ਜਾਂਦਾ ਹੈ। ਤੇ ਕਿਸੇ ਦੂਸਰੇ ਦੇ ਉੱਤੇ ਜ਼ੁਲਮ ਕਮਾਉਣ ਲੱਗਿਆਂ ਬੰਦਾ ਕਦੇ ਵੀ ਨਹੀਂ ਸੋਚਦਾ, ਜਦ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਮਾੜਾ ਕੰਮ ਕਰਨ ਲੱਗਿਆਂ ਲੱਖ ਵਾਰ ਸੋਚੋ, ਚੰਗਾ ਕੰਮ ਕਰਨ ਲੱਗਿਆਂ ਕਦੇ ਨਾ ਸੋਚੋ। ਕਿਉਂਕਿ ਚੰਗਾ ਕੰਮ ਕਰਨ ਲੱਗਿਆਂ ਸੋਚੋਗੇ ਤੇ ਤੁਸੀਂ ਚੰਗਾ ਨਹੀਂ ਕਰ ਪਾਓਗੇ। ਮਾੜਾ ਕੰਮ ਜਿਹੜਾ ਹੈ ਉਹ ਇਨਸਾਨ ਨੂੰ ਸੋਚੀਏ ਨਾ, ਮਾੜਾ ਕੰਮ ਕਰਨ ਤੋਂ ਪਹਿਲਾਂ ਤਾਂ ਇਨਸਾਨ ਨਹੀਂ ਕਰੇਗਾ ਕਿਉਂਕਿ ਉਹਦਾ ਹਰਜਾਨਾ ਬੰਦੇ ਨੂੰ ਭੁਗਤਣਾ ਪੈ ਸਕਦਾ। ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ। ਉਸ ਵੀਡੀਓ ਦੇ ਵਿੱਚ ਇੱਕ ਮਾਤਾ ਬਜ਼ੁਰਗ ਹੈ, ਜਿਹੜੀ ਬਜ਼ੁਰਗ ਮਾਤਾ ਇੱਕ ਬਹੁਤ ਹੀ ਮਾੜੇ ਤਰੀਕੇ ਦੇ ਨਾਲ ਰਹਿ ਰਹੀ ਹੈ ਤੇ ਉਹਦਾ ਮੁੰਡਾ, ਉਹਦਾ ਲੜਕਾ ਤੇ ਉਹਦੀ ਜਿਹੜੀ ਆ ਪੋਤਰੀ ਹੈ ਉਹ ਚੰਗਾ ਨਾਮਣਾ ਖੱਟ ਚੁੱਕੇ ਨੇ। ਜਿਸ ਟਾਈਮ ਮੈਂ ਉਹ ਵੀਡੀਓ ਦੇਖੀ ਮੈਂ ਹੈਰਾਨ ਹੋ ਗਿਆ ਕਿ ਉਸ ਬਜ਼ੁਰਗ ਮਾਤਾ ਦਾ ਪਰਿਵਾਰ ਚੰਗਾ ਭਲਾ ਹੈ ਲੇਕਿਨ ਉਹਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਨੇ। ਤੇ ਉਹਦੇ ਤੋਂ ਬਾਅਦ ਜਿਸ ਤਰੀਕੇ ਨਾਲ ਉਹ ਰਹਿ ਰਹੀ ਸੀ ਕਿ ਬੰਦਾ, ਉਹਦੀ ਰੂਹ ਕੰਬ ਜਾਂਦੀ ਹੈ ਇਨਸਾਨ ਦੀ। ਉਸ ਬਜ਼ੁਰਗ ਮਾਤਾ ਦੀ ਬਾਅਦ ਵਿੱਚ ਮੌਤ ਹੋ ਜਾਂਦੀ ਹੈ। ਰੁਲ ਰੁਲ ਕੇ ਉਹਨੂੰ ਉਹਦੇ ਪਰਿਵਾਰ ਨੇ ਮਾਰਿਆ। ਇੰਨੀ ਤਾਕਤ ਹੋਣ ਦੇ ਬਾਵਜੂਦ ਕਿ ਆਪਣਾ ਹੀ ਪੁੱਤਰ ਚੰਗੀ ਵਧੀਆ ਪਾਰਟੀ ਦੇ ਵਿੱਚ ਹੈ, ਚੰਗਾ ਨਾਮਣਾ ਖੱਟਿਆ ਹੈ, ਚੰਗਾ ਇੱਜ਼ਤਦਾਰ ਮੰਨਿਆ ਜਾਂਦਾ ਹੈ, ਪੈਸਾ ਵੀ, ਧਨ ਦੌਲਤ ਬਹੁਤ ਹੈ, ਤਾਕਤ ਹੈ, ਪਰ ਉਸ ਤਾਕਤ ਨੇ ਉਸ ਨੂੰ ਅੰਨ੍ਹਿਆ ਕਰ ਦਿੱਤਾ ਜਿਸ ਵਜ੍ਹਾ ਕਰਕੇ ਉਹਦੀ ਮਾਂ ਹੀ ਜਿਹੜੀ ਹੈ ਉਹ ਰੁਲਦੀ ਫਿਰਦੀ ਰਹੀ। ਤਾਕਤ
ਜੇ ਤਾਕਤ ਨੂੰ ਚੰਗੇ ਪਾਸੇ ਲਾਇਆ ਜਾਏ ਉਹ ਇਨਸਾਨ ਦੇ ਕੋਲੋਂ ਚੰਗਾ ਕੰਮ ਕਰਾਉਂਦੀ ਹੈ, ਮਾੜੇ ਪਾਸੇ ਲਾਇਆ ਜਾਏ ਤੇ ਇਨਸਾਨ ਦਾ ਭੱਠਾ ਵੀ ਬਿਠਾ ਦਿੰਦੀ ਹੈ। ਇੱਕ ਛੋਟਾ ਜਿਹਾ ਬੱਚਾ ਜਦੋਂ ਆਪਣੇ ਪਿਓ ਦੀ ਗੋਦ ਵਿੱਚ ਹੁੰਦਾ ਹੈ ਨਾ ਤੇ ਆਪਣੇ ਪਿਓ ਦੀ ਦਾੜੀ ਫੜ ਲੈਂਦਾ ਹੈ, ਤਾਂ ਪਿਓ ਨੂੰ ਬੜਾ ਚੰਗਾ ਲੱਗਦਾ ਵੀ ਬੱਚਾ ਜਿਹੜਾ ਮੇਰੇ ਨਾਲ ਲਾਡ ਲਡਾ ਰਿਹਾ ਹੈ। ਉਦੋਂ ਵੀ ਬੱਚੇ ਦੇ ਵਿੱਚ ਤਾਕਤ ਹੁੰਦੀ ਹੈ, ਪਰ ਉਹ ਤਾਕਤ ਜਿਹੜੀ ਹੈ ਮਮਤਾ ਵਾਲੀ ਹੁੰਦੀ ਹੈ, ਲਾਡਾਂ ਵਾਲੀ ਹੁੰਦੀ ਹੈ, ਉਹਦਾ ਗੁੱਸਾ ਨਹੀਂ ਕੀਤਾ ਜਾਂਦਾ। ਪਰ ਜਦੋਂ ਉਹੀ ਪੁੱਤ ਵੱਡਾ ਹੋ ਕੇ ਫਿਰ ਆਪਣੇ ਪਿਤਾ ਦੀ ਦਾੜੀ ਨੂੰ ਹੱਥ ਪਾਏ ਤੇ ਪੱਗ ਨੂੰ ਹੱਥ ਪਾਏ, ਇਹਦਾ ਮਤਲਬ ਹੁੰਦਾ ਹੈ ਪੁੱਤ ਕਹਿ ਰਿਹਾ ਹੁੰਦਾ ਹੈ ਪਿਤਾ ਜੀ ਤੁਸੀਂ ਹੁਣ ਕਮਜ਼ੋਰ ਹੋ ਗਏ ਹੋ ਤੇ ਮੈਂ ਤੁਹਾਡੀ ਬੇਇੱਜ਼ਤੀ ਕਰ ਸਕਦਾ, ਮੈਂ ਤਾਕਤਵਰ ਹੋ ਗਿਆ। ਪਰ ਉਹ ਤਾਕਤ ਇਨਸਾਨ ਨੂੰ ਲੈ ਬੈਂਦੀ ਹੈ, ਕੁੱਲਾ ਨਾਸ਼ ਕਰ ਦਿੰਦੀ ਹੈ। ਔਰੰਗਜ਼ੇਬ ਵਰਗਾ ਬੰਦਾ ਵੀ ਸੰਸਾਰ ਵਿੱਚ ਆਉਂਦਾ ਤੇ ਕਲਗੀਧਰ ਸੱਚੇ ਪਾਤਸ਼ਾਹ ਜ਼ਫਰਨਾਮੇ ਵਿੱਚ ਉਹਨੂੰ ਕਹਿੰਦੇ ਨੇ ਕਿ ਕੀ ਹੋਇਆ, ਤੂੰ ਮੇਰੇ 4 ਫਰਜ਼ੰਦ ਖਤਮ ਕਰ ਦਿੱਤੇ, ਮੇਰਾ ਅਜੇ ਕੁੰਡਲੀਆ ਖਾਲਸਾ ਬਾਕੀ ਹੈ। ਭਾਵ ਤੇਰੀ ਤਾਕਤ ਰੱਬ ਦੀ ਤਾਕਤ ਦੇ ਸਾਹਮਣੇ ਕੁਝ ਵੀ ਨਹੀਂ ਹੈ। ਤੇ ਉੱਥੇ ਸਤਿਗੁਰੂ ਜੀ ਇਹ ਸ਼ਬਦ ਬੜਾ ਪਿਆਰਾ ਵਰਤਦੇ ਨੇ ਇੱਕ ਜਗ੍ਹਾ ਜਦੋਂ ਖਾਲਸੇ ਦੀ ਗੱਲ ਕਰਦੇ ਨੇ ਕਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ, ਕਿ ਖਾਲਸਾ ਕੇਵਲ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਮੌਜ ਵਿੱਚੋਂ ਪੈਦਾ ਹੋਇਆ ਤੇ ਇਹਨੂੰ ਕੋਈ ਵੀ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ। ਭਲਾ ਕਿਉਂ? ਕਿਉਂਕਿ ਖਾਲਸਾ ਜਿਹੜਾ ਹੈ ਉਹ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਕਿਉਂਕਿ ਮੇਰੀ ਤਾਕਤ ਖਾਲਸੇ ਵਿੱਚ। ਜਦੋਂ ਮਾੜੀ ਤਾਕਤ ਹੋ ਜਾਏ, ਦੇਖੋ ਅੰਦਰ ਦੀ ਤਾਕਤ ਤੋਂ ਬਗੈਰ ਅਸੀਂ ਬਾਹਰਲੀ ਤਾਕਤ ਨੂੰ ਪੈਦਾ ਨਹੀਂ ਕਰ ਸਕਦੇ, ਅੰਦਰ ਤਾਕਤਵਰ ਹੋਣਾ ਜ਼ਰੂਰੀ ਹੈ। ਤੇ ਜੇ ਤੁਸੀਂ ਅੰਦਰੋਂ ਤਾਕਤਵਰ ਹੋ, ਭਾਈ ਕੰਬਲੀਆ ਵਰਗਾ ਜੀਵਨ ਹੋਏਗਾ। ਭਾਈ ਕੰਬਲੀਆ ਜਹਾਂਗੀਰ ਦੇ ਸਮੇਂ ਹੋਏ ਨੇ ਤੇ ਜਹਾਂਗੀਰ ਨੂੰ ਵੀ ਲਾਹਣਤਾਂ ਪਾ ਦਿੱਤੀਆਂ ਸੀ। ਇੱਕ ਵਾਰ ਜਦੋਂ ਜਹਾਂਗੀਰ ਵੱਡੇ ਕਾਫਲੇ ਨਾਲ ਲਾਹੌਰ ਸ਼ਹਿਰ ਦੀਆਂ ਗਲੀਆਂ ਚੋਂ ਗੁਜ਼ਰਿਆ ਸੀ ਤੇ ਭਾਈ ਕੰਬਲੀਏ ਨੇ ਕਿਹਾ ਸੀ ਅੱਗ ਦੀਏ ਚੰਗਿਆੜੀਏ ਬੁਝਾਉਣ ਲੱਗਿਆਂ ਰੱਬ ਨੇ ਦੇਰ ਨਹੀਂ ਲਾਉਣੀ। ਉਹਨੇ ਕਾਰਨ ਪੁੱਛਿਆ ਤੇ ਭਾਈ ਕੰਬਲੀਏ ਨੇ ਕਿਹਾ ਸੀ ਇੰਨਾ ਵੱਡਾ ਕਾਫਲਾ ਲੈ ਕੇ ਤੂੰ ਇੱਕ ਭੀੜੇ ਸ਼ਹਿਰ ਵਿੱਚੋਂ ਲੰਘ ਰਿਹਾ ਹੈ, ਤੇਰੀ ਵਜ੍ਹਾ ਕਰਕੇ ਪੂਰਾ ਸ਼ਹਿਰ ਬੰਦ, ਤੇਰੀ ਵਜ੍ਹਾ ਕਰਕੇ ਕਈਆਂ ਦਾ ਨੁਕਸਾਨ ਹੋ ਗਿਆ, ਤੇਰੀ ਵਜ੍ਹਾ ਕਰਕੇ ਕਈ ਅੱਜ ਭੁੱਖੇ ਮਰਨਗੇ, ਕਿਉਂਕਿ ਤੇਰੇ ਕਰਕੇ ਜਿਹੜੀ ਉੱਥੋਂ ਦੀ ਪੁਲਿਸ ਸੀ ਜਾਂ ਮਹਿਕਮਾ ਸੀ ਉਹਨੇ ਸਾਰਾ ਸ਼ਹਿਰ ਹੀ ਬੰਦ ਕਰ ਦਿੱਤਾ ਸੀ ਵੀ ਬਾਦਸ਼ਾਹ ਹੈ, ਜੇ ਆਉਣਾ ਤੇ ਬਾਹਰੋਂ ਵੀ ਆ ਸਕਦਾ ਸੀ, ਤੂੰ ਗਰੀਬ ਦਾ ਨੁਕਸਾਨ ਨਾ ਕਰਦਾ। ਵੇਖੋ ਕਿੰਨੀ ਵੱਡੀ ਗੱਲ ਕਹਿ ਦਿੱਤੀ ਉਹਨਾਂ ਨੇ। ਅੰਦਰ ਦੀ ਤਾਕਤ ਚੰਗੀ ਹੋਵੇ, ਬਾਹਰ ਜਦੋਂ ਨਿਕਲਦੀ ਹੈ ਭਲੇ ਵੀ ਕੰਮ ਕਰਾਉਂਦੀ ਹੈ। ਉੱਥੇ ਜੇ ਆਪਾਂ ਆਪਣੇ ਇਤਿਹਾਸ ਵੱਲ ਵੇਖੀਏ ਤੇ ਵੇਖੋ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਕੀ ਕਸੂਰ ਸੀ? ਕੇਵਲ ਇਤਨਾ ਕਿ ਉਹਨਾਂ ਨੇ ਉਹਨਾਂ ਮਜ਼ਲੂਮ ਪੰਡਤਾਂ ਨੂੰ ਸਹਾਰਾ ਦਿੱਤਾ ਸੀ ਤੇ ਕਿਹਾ ਸੀ ਵੀ ਔਰੰਗਜ਼ੇਬ ਨੂੰ ਜਾ ਕੇ ਗੱਲ ਕਹਿ ਦਿਓ ਕਿ ਸਾਡਾ ਆਗੂ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਸਾਹਿਬ ਹੈ, ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾ ਲਵੇਂ ਇਸਲਾਮ ਵਿੱਚ ਆਉਣ ਲਈ ਤਾਂ ਪੂਰਾ ਹਿੰਦੂ ਸਮਾਜ ਜਿਹੜਾ ਹੈ ਉਹ ਇਸਲਾਮ ਧਾਰਨ ਕਰਨ ਨੂੰ ਤਿਆਰ ਹੈ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਤਾਰੂ ਸਿੰਘ ਦਾ ਕੀ ਕਸੂਰ ਸੀ ਜਿਨ੍ਹਾਂ ਦੀ ਖੋਪੜੀ ਲੁਹਾ ਦਿੱਤੀ ਗਈ ਜ਼ਕਰੀਆ ਖਾਨ ਵੱਲੋਂ? ਕੇਵਲ ਇਤਨਾ ਕਿ ਉਹ ਭੁੱਖਿਆਂ ਪਿਆਸਿਆਂ ਦਾ ਢਿੱਡ ਭਰਦੇ ਸੀ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦੇ ਸੀ, ਜਾਂ ਇੱਕ ਗਰੀਬ ਮੁਸਲਮਾਨ ਦੀ ਲੜਕੀ ਇੱਕ ਮੁਸਲਮਾਨ ਦੇ ਕੋਲੋਂ ਛੁਡਵਾਈ ਸੀ? ਇਹੀ ਸੀ। ਜਦੋਂ ਇਨਸਾਨ ਤਾਕਤ ਵਿੱਚ ਅੰਨਾ ਹੋ ਜਾਏ, ਬੰਦਾ ਫੈਸਲੇ ਕਰਨ ਲੱਗਿਆ ਸੋਚਦਾ ਨਹੀਂ ਹੈ। ਇਹ ਧਿਆਨ ਮਾਰ ਕੇ ਦੇਖਿਓ ਬਾਬਾ ਜਰਨੈਲ ਸਿੰਘ ਦਾ ਕੀ ਕਸੂਰ ਸੀ? ਆਪਣੇ ਘਰ ਨੂੰ ਬਚਾਉਣ ਲਈ ਲੜੇ ਨਾ ਉਹ, ਤੇ ਇੰਦਰਾ ਗਾਂਧੀ ਦਾ ਗਲਤ ਫੈਸਲਾ ਗਲਤ ਲੀਹਾਂ ਪਾ ਗਿਆ। ਬੜੀ ਵਾਰ ਬਹੁਤ ਵਾਰ ਇਨਸਾਨ ਆਪਣੀ ਤਾਕਤ ਦੇ ਨਸ਼ੇ ਵਿੱਚ ਗਲਤ ਫੈਸਲੇ ਲੈ ਲੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਇਹ ਗੱਲ ਅੱਜ ਬੜੀ ਪਿਆਰੀ ਕਹੀ, ਕਹਿੰਦੇ ਆਖਣ ਜ਼ੋਰ ਚੁਪੈ ਨਾ ਜ਼ੋਰ। ਸਮਝਿਓ ਤਾਕਤ, ਜ਼ੋਰ ਦਾ ਮਤਲਬ ਤਾਕਤ। ਕਹਿੰਦੇ ਜੇ ਸਹੀ ਮਾਇਨੇ 'ਚ ਵੇਖਿਆ ਜਾਏ ਤੇ ਨਾ ਸਾਡਾ ਜ਼ੋਰ ਕਹਿਣ ਵਿੱਚ ਹੈ, ਨਾ ਸਾਡਾ ਜ਼ੋਰ ਚੁੱਪ ਰਹਿਣ ਵਿੱਚ ਹੈ। ਤੇ ਜੇ ਪ੍ਰਮਾਤਮਾ ਹੀ ਨਾ ਚਾਹੇ ਅਸੀਂ ਚੁੱਪ ਨਹੀਂ ਵੀ ਰਹਿ ਸਕਦੇ, ਪ੍ਰਮਾਤਮਾ ਹੀ ਨਾ ਚਾਹੇ ਤੇ ਅਸੀਂ ਬੋਲ ਵੀ ਨਹੀਂ ਸਕਦੇ। ਆਹ ਜਿਹੜੇ ਸਾਡੇ ਬੋਲ ਹੈ ਇਹ ਰੱਬ ਦੀ ਸਾਨੂੰ ਦੇਣ ਹੈ, ਇਹ ਸਤਿਗੁਰੂ ਦਾ ਇਹ ਇੱਕ ਸਮਝ ਲਓ ਚੇਤਾਵਨੀ ਹੈ ਗੁਰੂ ਨਾਨਕ ਸਾਹਿਬ ਦੀ ਕਿ ਬੰਦਿਆ ਇਹ ਸਮਝ ਕੇ ਚੱਲੀ, ਆਹ ਬੋਲ ਬੋਲਣ ਤੋਂ ਪਹਿਲਾਂ, ਗਲਤ ਬੋਲ ਬੋਲਣ ਤੋਂ ਪਹਿਲਾਂ ਲੱਖ ਵਾਰੀ ਸੋਚੀ, ਕਿਉਂਕਿ ਬੋਲਣ ਦੀ ਤਾਕਤ ਰੱਬ ਦੇ ਰਿਹਾ ਹੈ। ਉਹ ਚਾਹੇ ਤੇ 1 ਮਿੰਟ ਵਿੱਚ ਤੈਨੂੰ ਗੂੰਗਾ ਕਰ ਸਕਦਾ ਹੈ। ਤੂੰ ਉਹਦੀ ਮਰਜ਼ੀ ਤੋਂ ਬਗੈਰ ਚੁੱਪ ਨਹੀਂ ਰਹਿ ਸਕਦਾ, ਉਹਦੀ ਮਰਜ਼ੀ ਤੋਂ ਬਗੈਰ ਬੋਲ ਨਹੀਂ ਸਕਦਾ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਨਾ ਤੂੰ ਮੰਗਣ ਵਿੱਚ ਤਾਕਤ ਰੱਖਦਾ ਹੈ, ਨਾ ਤੂੰ ਦੇਣ ਵਿੱਚ ਤਾਕਤ ਰੱਖਦਾ ਹੈ। ਤੇ ਜੇ ਰੱਬ ਚਾਹੇ ਨਾ ਤੇ ਤੂੰ ਮੰਗ ਵੀ ਨਹੀਂ ਸਕਦਾ, ਰੱਬ ਚਾਹੇ ਨਾ ਤਾਂ ਤੂੰ ਕਿਸੇ ਨੂੰ ਦੇ ਵੀ ਨਹੀਂ ਸਕਦਾ। ਐਵੇਂ ਹੰਕਾਰ ਵਿੱਚ ਆ ਕੇ ਆਖੀ ਜਾਏ ਕਿ ਦੇਖੋ ਜੀ ਮੈਂ ਬਹੁਤ ਤਾਕਤਵਰ ਹਾਂ ਤੇ ਮੈਂ ਦੁਨੀਆ ਦਾ ਦਾਤਾ ਹਾਂ, ਮੈਂ ਦਾਨੀ ਹਾਂ, ਮੈਂ ਲੋਕਾਂ ਨੂੰ ਕੁਝ ਦੇ ਰਿਹਾ। ਆ ਦੇਣ ਵਾਲੀ ਗੱਲ ਤੋਂ ਮੈਨੂੰ ਯਾਦ ਗੱਲ ਆ ਗਈ, ਅਕਲੀ ਕੀਚੇ ਦਾਨ ਨੂੰ ਮੈਂ ਦੁਹਰਾ ਦੇਵਾਂ ਦੁਬਾਰਾ। ਬਹੁਤ ਸਾਰੇ ਅੱਜ ਕੱਲ੍ਹ ਦੇ ਦਾਨੀ ਨੇ
ਜਿਹੜੇ ਤੁਹਾਡੇ ਕੋਲੋਂ ਹੀ ਪੈਸੇ ਲੈ ਕੇ ਆਪ ਐਸ਼ਾਂ ਪਏ ਕਰਦੇ ਨੇ। ਦਾਨ ਦੇਣ ਲੱਗਿਆਂ ਲੱਖ ਵਾਰ ਸੋਚਿਆ ਕਰੋ। ਅੰਨੇ ਹੋ ਕੇ ਲੱਖਾਂ ਰੁਪਏ ਲੁਟਾਉਣ ਤੋਂ ਪਹਿਲਾਂ ਸੋਚੋ ਜਿਨ੍ਹਾਂ ਨੂੰ ਅਸੀਂ ਪੈਸਾ ਪਹੁੰਚਾ ਰਹੇ ਹਾਂ ਕਿ ਉਹ ਅਗਾਂਹ ਪੈਸਾ ਲਾ ਰਹੇ ਨੇ ਕਿ ਜਾਂ ਦਿਖਾਵਾ ਕਰ ਰਹੇ ਨੇ। ਇਹ ਵੀ ਨਾਲ ਸੋਚ ਲਿਓ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬੰਦਿਆ ਤੇਰੇ ਵਿੱਚ ਤਾਕਤ ਨਹੀਂ ਹੈ, ਇਹ ਰੱਬ ਦੀ ਦਿੱਤੀ ਹੋਈ ਤਾਕਤ ਹੈ। ਉਹਦੀ ਤਾਕਤ ਤੋਂ ਬਗੈਰ ਨਾ ਤੂੰ ਮੰਗ ਸਕਦਾ ਨਾ ਤੂੰ ਦੇ ਸਕਦਾ। ਹੁਣ ਕਿਤੇ ਇਹ ਗੱਲ ਸਾਡੇ ਪੱਲੇ ਪੈ ਜਾਏ, ਸਾਨੂੰ ਸਮਝ ਲੱਗ ਜਾਏ ਇਸ ਗੱਲ ਦੀ ਵੀ ਉਹਦੀ ਤਾਕਤ ਦੇ ਜ਼ਰੀਏ ਹੀ ਅਸੀਂ ਦੁਨੀਆ ਦਾ ਹਰ ਇੱਕ ਕੰਮ ਕਰਦੇ ਹਾਂ ਤੇ ਸਾਡੇ ਵਿੱਚ ਆਪਣੀ ਤਾਕਤ ਕੁਝ ਵੀ ਨਹੀਂ, ਅਸੀਂ ਕੀ ਕਰ ਸਕਦੇ। ਹੁਣ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਬੜੀ ਪਿਆਰੀ, ਬਾਬਾ ਫਰੀਦ ਸਾਹਿਬ ਦੀ। ਉਹਨਾਂ ਨੇ ਕਿਹਾ, ਕਹਿੰਦੇ ਇੰਨੀ ਨਿੱਕੀ ਜੰਗੀ ਹੈ, ਭਾਵ ਕਿ ਇੰਨਾ ਛੋਟੀਆਂ ਛੋਟੀਆਂ ਲੱਤਾਂ ਦੀ ਗੱਲ ਕਰਦੇ ਨੇ ਉਹ। ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇ ਓਮ, ਧਰਤੀ ਅਤੇ ਪਹਾੜ। ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇ ਓਮ, ਅੱਜ ਫਰੀਦੈ ਕੂਜੜਾ ਸੈ ਕੋਹਾਂ ਥੀ ਓਮ। ਕਹਿੰਦੇ ਜਦੋਂ ਮੇਰੇ 'ਚ ਤਾਕਤ ਸੀ, ਜਵਾਨੀ ਸੀ ਨਾ, ਗਈ ਜਵਾਨੀ ਝੱਲ ਮਸਤਾਨੀ ਲੰਮੀਆਂ ਲਾਂਘਾਂ ਭਰਦੀ। ਕਹਿੰਦੇ ਜਦੋਂ ਮੈਂ ਬੜਾ ਤਾਕਤਵਰ ਸੀ, ਚੰਗਾ ਜਵਾਨ ਸੀ, ਤਾਂ ਇੰਨੀ ਤਾਕਤ ਸੀ ਮੇਰੇ ਵਿੱਚ ਕਿ ਮੈਂ ਪਰਬਤਾਂ ਪਹਾੜਾਂ ਨੂੰ ਸਮਝਦਾ ਹੀ ਕੱਖ ਨਹੀਂ ਸੀ, ਐ ਦੌੜ ਦੌੜ ਕੇ ਜਾਣਾ। ਪਰ ਕਹਿੰਦੇ ਅੱਜ ਜਦੋਂ ਮੈਂ ਬੁੱਢਾ ਹੋ ਗਿਆ ਨਾ, ਫਰੀਦਾ ਕੂਜੜਾ, ਭਾਵ ਕਿ ਮੇਰੇ ਕੋਲ ਪਾਣੀ ਵਾਲਾ ਇੱਕ ਗਲਾਸ, ਭਾਵ ਇੱਕ ਕੂਜੜਾ ਪਿਆ, ਇੱਕ ਭਾਂਡਾ ਪਿਆ, ਉਹ ਨੇੜੇ ਹੈ, ਲੇਕਿਨ ਮੈਨੂੰ ਇਦਾਂ ਲੱਗਦਾ ਜਿਵੇਂ 100 ਕੋਹਾਂ ਦੂਰ ਪਿਆ ਹੋਵੇ, ਉਹਨੂੰ ਫੜਨ ਲਈ ਵੀ ਮੇਰੇ ਕੋਲ ਤਾਕਤ ਨਹੀਂ। ਜਵਾਨੀ ਨੇੜੇ ਲੈ ਆਉਂਦੀ ਹਰ ਚੀਜ਼ ਨੂੰ, ਬੁਢੇਪਾ ਦੂਰ ਲੈ ਜਾਂਦਾ। ਤਾਂ ਹੀ ਤਾਂ ਬੁਢੇਪੇ ਵਿੱਚ ਆਪਣੇ ਵੀ ਦੂਰ ਹੋ ਜਾਂਦੇ ਨੇ, ਬੱਚੇ ਵੀ ਦੂਰ ਹੋ ਜਾਂਦੇ ਨੇ ਤੇ ਕਹਿ ਦਿੰਦੇ ਨੇ ਵੀ ਸਾਨੂੰ ਜ਼ਰੂਰਤ ਨਹੀਂ ਇਹਨਾਂ ਦੀ, ਤਾਂ ਇੰਨਾ ਹੰਕਾਰ ਆ ਜਾਂਦਾ। ਪਰ ਜਦੋਂ ਤਾਕਤ ਹੈ ਫਿਰ ਬੰਦਾ ਸੋਚਦਾ ਹੀ ਕੱਖ ਨਹੀਂ, ਤੇ ਜਦੋਂ ਤਾਕਤ ਗਈ ਤੇ ਸਮਝ ਲਓ ਸਭ ਕੁਝ ਗਿਆ। ਇਸ ਲਈ ਯਾਦ ਰੱਖਿਓ, ਜੇ ਤੁਹਾਡੇ ਕੋਲ ਅੱਜ ਕੁਰਸੀ ਹੈ, ਇੱਕ ਤਾਕਤ ਹੈ, ਉਹਦਾ ਗਲਤ ਇਸਤੇਮਾਲ ਨਾ ਕਰਿਓ, ਚੰਗਾ ਇਸਤੇਮਾਲ ਕਰਿਓ, ਤੇ ਕਿਉਂਕਿ ਕੱਲ ਨੂੰ ਉਹ ਨਹੀਂ ਰਹਿਣੀ। ਜੇ ਅੱਜ ਤੁਸੀਂ ਕਿਸੇ ਗੁਰੂ ਘਰ ਦੇ ਪ੍ਰੈਜ਼ੀਡੈਂਟ ਹੋ, ਪ੍ਰਧਾਨ ਹੋ, ਅੱਜ ਤੋਂ ਤੁਸੀਂ ਸੇਵਾਦਾਰ ਬਣੇ ਹੋ ਕਿਸੇ ਗੁਰੂ ਘਰ ਦੇ, ਤਾਂ ਉਹਦਾ ਚੰਗਾ ਫਾਇਦਾ ਲਿਓ, ਸਹੀ ਕੰਮ ਕਰਿਓ ਉਹਦੇ ਥਰੂ, ਤਾਂ ਕਿ ਜਦੋਂ ਤੁਸੀਂ ਆਪਣੀ ਸੇਵਾ ਤੋਂ ਮੁਕਤ ਹੋ ਕੇ ਜਾਓ ਤਾਂ ਲੋਕ ਅੱਖਾਂ 'ਚ ਹੰਝੂ ਲੈ ਕੇ ਤੁਹਾਨੂੰ ਵਿਦਾਇਗੀ ਦੇਣ ਵੀ ਕੋਈ ਚੰਗਾ ਕੰਮ ਕੀਤਾ ਸੀ। ਕਦੇ ਜ਼ੁਲਮ ਨਾ ਕਰਿਓ। ਜੇ ਅੱਜ ਤੁਹਾਨੂੰ ਕੋਈ ਰੁਤਬਾ ਮਿਲਿਆ ਨਾ, ਤੇ ਚੰਗੇ ਕੰਮ ਕਰਕੇ ਜਾਇਓ, ਭਾਵੇਂ ਉਹ ਕਿਸੇ ਵੀ ਮਹਿਕਮੇ ਵਿੱਚ ਕਿਉਂ ਨਾ ਆਵੇ। ਤੇ ਗਲਤ ਕੰਮ ਕਰਨ ਤੋਂ ਬਾਅਦ ਯਾਦ ਰੱਖਿਓ, ਦੁਨੀਆ ਬਖਸ਼ਦੀ ਨਹੀਂ ਜੇ। ਤੇ ਇਹੀ ਗੁਰੂ ਨਾਨਕ ਸਾਹਿਬ ਕਹਿਣਾ ਚਾਹੁੰਦੇ, ਤੇਰਾ ਬਿਲਕੁਲ ਜ਼ੋਰ ਨਹੀਂ ਹੈ, ਤੇਰੀ ਬਿਲਕੁਲ ਤਾਕਤ ਨਹੀਂ ਹੈ। ਰੱਬ ਦੀ ਤਾਕਤ ਮੂਹਰੇ ਸੀਸ ਝੁਕਾ, ਉਹਦੀ ਤਾਕਤ ਦੇ ਅੱਗੇ ਤੇਰੀ ਤਾਕਤ ਕਿਸੇ ਕੰਮ ਦੀ ਨਹੀਂ। ਜਲ ਤੇ ਥਰਕਲ ਥਲ ਤੇ ਕੂਮਾ ਕੂਬ ਤੇ ਮੇਰ ਕਰਾਵੇ, ਕੁਛ ਵੀ ਕਰ ਸਕਦਾ ਹੈ ਉਹ। ਜਿਵੇਂ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਖੁਦ ਲਿਖਿਆ, ਗੁਰੂ ਨਾਨਕ ਸਾਹਿਬ ਨੇ, ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਜੇ ਰੱਬ ਦੀ ਕਿਤੇ ਪੁੱਠੀ ਨਿਗਾਹ ਹੋਗੀ ਨਾ ਬੰਦਿਆ, ਤੇ ਵੱਡਿਆਂ ਵੱਡਿਆਂ ਬਾਦਸ਼ਾਹ ਨੂੰ ਵੀ ਪਰਮਾਤਮਾ ਘਾਹ ਖੋਦਣ ਤੇ ਲਾ ਸਕਦਾ ਹੈ। ਇੱਕ ਤੇ ਹੰਕਾਰ ਵਿੱਚ ਨਾ ਆ ਜਿਓ ਵੀ ਅਸੀਂ ਬੜੇ ਮਹਾਨ ਆ। ਤੁਸੀਂ ਦੇਖ ਲਓ ਬਹਾਦਰ ਸ਼ਾਹ ਜ਼ਫਰ ਜਿਹੜਾ ਅਖੀਰਲਾ ਬਾਦਸ਼ਾਹ ਹੋਇਆ, ਕੀ ਹਾਲ ਹੋਇਆ। ਅੱਜ ਵੀ ਉਹਦੀ ਸੰਤਾਨ ਰੋਂਦੀ ਫਿਰਦੀ ਹੈ, ਵੇਖ ਲਓ ਕੀ ਹਾਲ ਹੈ। ਸੋਚ ਕੇ ਚੱਲਿਓ ਕੁਛ, ਜੇਕਰ ਕੁਝ ਕਰ ਰਹੇ ਹੋ, ਜੇ ਤੁਹਾਡੇ ਕੋਲ ਕੋਈ ਪਾਵਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ, ਨਾ ਸਾਡਾ ਜੀਵਨ ਤੇ ਜ਼ੋਰ ਹੈ, ਨਾ ਸਾਡਾ ਮਰਨ ਤੇ ਜ਼ੋਰ ਹੈ। ਇਹ ਜੰਮਣਾ ਮਰਨਾ ਵੀ ਪਰਮਾਤਮਾ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ। ਉਹਦੀ ਖੇਡ ਅਨੁਸਾਰ ਆਪਾਂ ਜੰਮਦੇ ਮਰਦੇ ਹਾਂ। ਸਾਡਾ ਉਹਦੇ ਉੱਤੇ ਕੋਈ ਜ਼ੋਰ ਨਹੀਂ, ਸਾਡੀ ਉਹਦੇ ਉੱਤੇ ਕੋਈ ਤਾਕਤ ਜਿਹੜੀ ਹੈ ਉਹ ਕੰਮ ਨਹੀਂ ਕਰਦੀ ਹੈ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਰਾਜ ਮਾਲ ਭਾਵ ਕਿ ਕਿਸੇ ਵਧੀਆ ਉਦਯੋਗਪਤੀ ਦੀ ਗੱਲ ਹੈ, ਰਾਜੇ ਦੀ ਗੱਲ ਹੈ, ਰੱਜੇ ਹੋਏ ਬੰਦੇ ਦੀ ਗੱਲ ਹੈ, ਕਿ ਜੇ ਤੇਰੇ ਕੋਲ ਪ੍ਰਮਾਤਮਾ ਨੇ ਹਕੂਮਤ ਦੇ ਦਿੱਤੀ ਹੈ ਤੈਨੂੰ, ਜਾਂ ਪ੍ਰਮਾਤਮਾ ਨੇ ਤੈਨੂੰ ਧਨ ਦੌਲਤ ਰੂਪ ਮਾਲ ਜ਼ਿਆਦਾ ਦੇ ਦਿੱਤਾ ਹੈ, ਬਹੁਤ ਕੁਝ ਤੈਨੂੰ ਮਿਲ ਗਿਆ, ਤੇ ਉਹਦੇ ਨਾਲ ਤੇਰੇ ਅੰਦਰ ਫੂਫਾ ਨਾ ਪੈਦਾ ਹੋ ਜਾਏ, ਹੰਕਾਰ ਨਾ ਪੈਦਾ ਹੋ ਜਾਏ। ਕਿਤੇ ਐਸਾ ਨਾ ਤੂੰ ਕਹੇ ਮੈਂ ਰਾਜਾ ਬਣ ਗਿਆ, ਬਾਦਸ਼ਾਹ ਬਣ ਗਿਆ, ਮੇਰੇ ਕੋਲ ਬੜੀ ਪਾਵਰ ਆ ਗਈ, ਜਿੱਧਰ ਮੈਂ ਜਾਣਾ 100 ਗੱਡੀਆਂ ਮੇਰੇ ਨਾਲ ਤੁਰੀਆਂ ਫਿਰਦੀਆਂ ਨੇ। ਐਵੇਂ ਹੰਕਾਰ ਵਿੱਚ ਨਾ ਬੈਠਾ ਰਵੀਂ, ਇੱਕ ਮਿੰਟ ਨਹੀਂ ਲੱਗਦਾ ਪ੍ਰਮਾਤਮਾ ਜਦੋਂ ਤਖਤਾ ਪਲਟਦਾ ਹੈ। ਯਾਦ ਰੱਖਿਓ, ਗੱਦਾਫੀ ਵਰਗੇ ਨਹੀਂ ਰਹੇ ਦੁਨੀਆ 'ਚ, ਸਦਾਮ ਹੁਸੈਨ ਵਰਗੇ ਨਹੀਂ ਰਹੇ ਦੁਨੀਆ 'ਚ। ਸੋਚ ਕੇ ਚੱਲਿਓ, ਔਰੰਗਜ਼ੇਬ ਜਹਾਂਗੀਰ ਕੋਈ ਨਹੀਂ ਰਿਹਾ। ਤੇ ਜੇ ਰੱਬ ਨੇ ਕੁਝ ਦਿੱਤਾ ਹੈ ਤੇ ਝੁਕ ਜਾਇਓ। ਝੁਕਣ ਦੇ ਨਾਲ ਇਨਸਾਨ ਨੀਵਾਂ ਨਹੀਂ ਹੁੰਦਾ ਹੈ,
ਉੱਚਾ ਹੋ ਜਾਂਦਾ ਹੈ। ਅੱਗੇ ਸਤਿਗੁਰੂ ਕਹਿੰਦੇ ਨੇ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਜੇ ਪ੍ਰਮਾਤਮਾ ਦੇ ਚਰਨਾਂ 'ਚ ਤੁਹਾਡੀ ਸੁਰਤ ਲੱਗ ਗਈ ਹੈ, ਜੇ ਵਾਹਿਗੁਰੂ ਦੇ ਗਿਆਨ ਰੂਪ ਪ੍ਰਕਾਸ਼ ਤੁਹਾਡੇ ਅੰਦਰ ਹੋ ਗਿਆ ਹੈ, ਜੇ ਉਹਦੇ ਗੁਣਾਂ ਦੀ ਵਿਚਾਰ ਕਰਨ ਯੋਗ ਤੁਸੀਂ ਬਣ ਗਏ ਹੋ, ਚੰਗੇ ਗੁਣੀ ਗਿਆਨੀ ਵਿਦਵਾਨ ਬਣ ਗਏ ਹੋ, ਤੁਹਾਡੇ ਅੰਦਰ ਪ੍ਰਮਾਤਮਾ ਨੇ ਸ਼ੁਭ ਗੁਣ ਪੈਦਾ ਕਰ ਦਿੱਤੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ ਹੈ। ਹੰਕਾਰ ਵਿੱਚ ਨਾ ਆ ਜਾਈ, ਮੈਂ ਬੜਾ ਗੁਣੀ ਗਿਆਨੀ ਬਣ ਗਿਆ, ਮੇਰੇ ਕੋਲ ਬੜੀ ਨੌਲੇਜ ਆ ਗਈ। ਇਹ ਵੀ ਉਸ ਪ੍ਰਮਾਤਮਾ ਦੀ ਦੇਣ ਹੈ। ਤੇ ਕਿਤੇ ਮਾੜੇ ਪਾਸੇ ਨਾ ਤੁਰ ਪਈ, ਚੰਗੇ ਪਾਸੇ ਵੱਲ ਲਾਵੀਂ ਆਪਣੇ ਗਿਆਨ ਨੂੰ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਉਹ ਜੁਗਤ ਜਿਹਦੇ ਰਾਹੀਂ ਆਪਾਂ ਸੰਸਾਰ ਤੋਂ ਛੁੱਟਣਾ ਹੈ, ਭਾਵ ਅਸੀਂ ਇਸ ਦੁਨੀਆ ਨੂੰ ਸਫਲ ਕਰਕੇ ਜਾਣਾ, ਆਪਣੇ ਜੀਵਨ ਨੂੰ। ਸਤਿਗੁਰੂ ਕਹਿੰਦੇ ਉਸ ਜੁਗਤੀ ਉੱਤੇ ਵੀ ਤੇਰਾ ਕੋਈ ਜ਼ੋਰ ਨਹੀਂ। ਮਤਲਬ ਸਮਝਦੇ ਹੋ ਕਿ ਜੇ ਸਾਡੇ ਕੋਲ ਇੰਨੀ ਪਾਵਰ ਆ ਗਈ ਆ ਅਧਿਆਤਮਕ ਕਿ ਅਸੀਂ ਸਮਝਦਾਰ ਹੋ ਗਏ ਚੰਗਾ ਕੀ ਹੈ ਮਾੜਾ ਕੀ ਹੈ, ਕਿਹੜਾ ਰਸਤਾ ਗੁੱਡ ਹੈ ਕਿਹੜਾ ਰਸਤਾ ਬੈਡ ਹੈ, ਕੀ ਕੱਚ ਹੈ ਕੀ ਸੱਚ ਹੈ, ਤੇ ਇਹਦੇ ਵਿੱਚ ਵੀ ਪ੍ਰਮਾਤਮਾ ਦਾ ਹੀ ਸ਼ੁਕਰਾਨਾ ਕਰੀ ਕਿ ਵਾਹਿਗੁਰੂ ਇਹ ਸੋਚ ਵੀ ਤੂੰ ਹੀ ਦੇ ਰਹੇ ਹੈ, ਨਹੀਂ ਤਾਂ ਸਾਡੇ ਪੱਲੇ ਕੱਖ ਨਹੀਂ ਹੈ। ਇਹ ਜਿਹੜੀ ਜੁਗਤੀ ਤੂੰ ਦਿੱਤੀ ਹੈ ਨਾ, ਇਹ ਵੀ ਤੇਰੀ ਰਹਿਮਤ ਹੈ ਕਿ ਸਾਨੂੰ ਸਮਝ ਆ ਗਈ ਹੈ, ਤਰੀਕਾ ਆ ਗਿਆ ਇਸ ਦੁਨੀਆ 'ਚ ਚੱਲਣ ਦਾ। ਤੇ ਜੇ ਪ੍ਰਮਾਤਮਾ ਹੀ ਨਾ ਕਿਰਪਾ ਕਰੇ, ਸਾਨੂੰ ਤਰੀਕਾ ਹੀ ਕਿੱਦਾਂ ਆਵੇ ਸੰਸਾਰ 'ਚ ਚੱਲਣ ਦਾ। ਵੱਡੇ ਵੱਡੇ ਸਿਆਣੇ ਸਮਝਦਾਰ ਵੀ ਗਲਤੀਆਂ ਕਰ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਤਰੀਕਾ ਨਹੀਂ ਹੁੰਦਾ ਦੁਨੀਆ 'ਚ ਚੱਲਣ ਦਾ। ਵੱਡੇ ਵੱਡੇ ਗੁਣੀ ਗਿਆਨੀ ਵੀ ਭੁੱਲ ਜਾਂਦੇ ਨੇ, ਵੱਡੇ ਵੱਡੇ ਬਿਜ਼ਨਸਮੈਨ ਵੀ ਡੋਲ ਜਾਂਦੇ ਨੇ, ਵੱਡੇ ਵੱਡੇ ਤਪੀਸ਼ਵਰ ਤਪ ਕਰਨ ਵਾਲੇ ਵੀ ਡੋਲ ਜਾਂਦੇ ਨੇ। ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਨਾ ਕਿ ਤਪ ਕਰਤੇ ਤਪੱਸੀ ਭੁਲਾਏ, ਪੰਡਤ ਮੋਹੇ ਲੋਭ ਸਬਾਏ, ਤ੍ਰੈ ਗੁਣ ਮੋਹੇ ਮੋਹਿਆ ਆਕਾਸ਼ ਹਮ, ਸਤਿਗੁਰ ਰਾਖੇ ਦੇ ਕਰ ਹਾਥ। ਇਹ ਤਾਂ ਗੁਰੂ ਦੀ ਕਿਰਪਾ ਹੈ ਕਿ ਗੁਰੂ ਹੱਥ ਰੱਖੇ ਤਾਂ ਬੰਦਾ ਬਚਦਾ, ਨਹੀਂ ਤਾਂ ਇਸ ਸੰਸਾਰ ਦੀ ਜਿਹੜੀ ਮਾਇਆ ਬੰਦੇ ਨੂੰ ਇੱਕ ਮਿੰਟ ਵਿੱਚ ਕੱਖਾਂ ਤੋਂ ਹੌਲਾ ਕਰ ਦਿੰਦੀ ਹੈ। ਜਿਸ ਹੱਥ ਜੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਸਤਿਗੁਰੂ ਜੀ ਕਹਿੰਦੇ ਨੇ ਜਿਸ ਪ੍ਰਮਾਤਮਾ ਦੇ ਹੱਥ ਵਿੱਚ ਤਾਕਤ ਹੈ, ਉਹੀ ਸੰਸਾਰ ਨੂੰ ਪੈਦਾ ਕਰਕੇ ਇਸ ਸੰਸਾਰ ਦੀ ਰਚਨਾ ਕਰਿਆ। ਬੰਦਿਆ ਤੇਰੇ ਪੱਲੇ ਕੱਖ ਵੀ ਨਹੀਂ, ਕਰਨ ਕਰਾਵਨਹਾਰ ਖੁਦ ਪ੍ਰਮਾਤਮਾ ਹੈ। ਅਸਲ ਦੇ ਵਿੱਚ ਕੋਈ ਉੱਚਾ ਨਹੀਂ ਹੈ ਤੇ ਕੋਈ ਨੀਵਾਂ ਨਹੀਂ, ਉੱਤਮ ਨੀਚ ਨਾ ਕੋਏ। ਇਹ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਕਿ ਕਿਹੜਾ ਮਾੜਾ ਹੈ ਤੇ ਕਿਹੜਾ ਚੰਗਾ ਹੈ। ਦੁਬਾਰਾ ਫਿਰ ਪੜ੍ਹੀਏ, ਆਖਣ ਜੋਰ ਚ ਪੈਣਾ ਹੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਭਲਿਓ ਆਓ ਉਸ ਪਰਮਾਤਮਾ ਦੇ ਪਾਵਨ ਚਰਨਾਂ 'ਚ ਹੱਥ ਜੋੜ ਕੇ ਆਖੀਏ ਕਿ ਮਾਲਕਾ ਤੇਰੇ ਤੋਂ ਬਗੈਰ ਅਸੀਂ ਕਿਸੇ ਜੋਗੇ ਵੀ ਨਹੀਂ। ਜੇ ਤੂੰ ਹੀ ਕਿਰਪਾ ਕਰੇ ਤੇ ਸੱਚ ਦੀ ਸਮਝ ਆਉਂਦੀ ਹੈ, ਤੇਰੀ ਤਾਕਤ ਤੋਂ ਬਗੈਰ ਸਾਡੀ ਤਾਕਤ ਕਿਸੇ ਜੋਗੀ ਨਹੀਂ। ਕਿਰਪਾ ਕਰੀ ਕਿ ਅਸੀਂ ਤੇਰੇ ਪਾਵਨ ਚਰਨਾਂ ਦੇ ਵਿੱਚ ਸਮਾਈ ਕਰ ਸਕੀਏ ਤੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।